ਹੈਲੋ ਦੋਸਤੋ, ਵੈਲਕਮ ਟੂ ਆਰ ਚੈਨਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਮਾਸਟਰ ਕੈਡਰ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਸ ਦੇ ਵਿੱਚ ਅਸੀਂ ਹੁਣ ਤੱਕ 7 ਵੀਡੀਓਜ਼ ਜਿਹੜੀ ਅਪਲੋਡ ਕਰ ਚੁੱਕੇ ਹਾਂ। ਅਰਥਮੈਟਿਕ ਪ੍ਰੋਗਰੈਸ਼ਨ ਬਾਰੇ, ਜਿਓਮੈਟਰੀਕਲ ਪ੍ਰੋਗਰੈਸ਼ਨ ਬਾਰੇ, ਹਾਰਮੋਨਿਕ ਪ੍ਰੋਗਰੈਸ਼ਨ ਬਾਰੇ ਆਲਰੇਡੀ ਵੀਡੀਓਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਨੇਗੀਆਂ। ਤੁਸੀਂ ਇਹ ਵੀਡੀਓਜ਼ ਉੱਪਰ ਦਿੱਤੇ ਲਿੰਕ 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ। ਇਸ ਦੇ ਨਾਲ ਹੀ ਗ੍ਰੈਜੂਏਸ਼ਨ ਪਾਰਟ ਦਾ ਬਹੁਤ ਇੰਪੋਰਟੈਂਟ ਟੌਪਿਕ ਸੀਕੁਐਂਸ, ਉਸ ਦੀ ਰੇਂਜ, ਉਸਦੀ ਟਾਈਪਸ, ਕਾफ़ी कुछ गल्लां मैंने 6ਵੀਂ ਤੇ 7ਵੀਂ ਵੀਡੀਓ 'ਚ ਦੱਸੀਆਂ ਨੇਗੀਆਂ। 7ਵੀਂ ਵੀਡੀਓ ਬੇहद इंपॉर्टेंट है। इस दा लिंक भी ਤੁਹਾਨੂੰ ਉੱਪਰ ਦਿਖਾਈ ਦੇ ਰਿਹਾ ਹੋਏਗਾ, ਤੁਸੀਂ ਉੱਤੇ ਕਲਿੱਕ ਕਰਕੇ 7ਵੀਂ ਵੀਡੀਓ ਦੇਖ ਸਕਦੇ ਹੋ। ਬਹੁਤ ਇੰਪੋਰਟੈਂਟ ਵੀਡੀਓ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਬਹੁਤ ਹੀ ਇੱਕ ਇੰਪੋਰਟੈਂਟ ਮੈਥਮੈਟਿਕਸ, ਬਹੁਤ ਹੀ ਫੇਮਸ ਮੈਥਮੈਟਿਕਸ ਹੈ ਇਹ, SC ਮਲਿਕ ਦਾ ਮੈਥ ਹੈ, ਮੈਥਮੈਟੀਕਲ ਐਨਾਲਿਸਿਸ। ਇਹਦੇ ਵਿੱਚ ਆਪਾਂ ਜਿਹੜੀ ਸਟੱਡੀ ਹੈ ਉਹ ਕਰ ਰਹੇ ਹਾਂ। ਅਤੇ ਮੈਂ ਸੋਚ ਕੇ ਚੱਲਦਾ ਕਿ ਜਿੰਨਾ ਵਧੀਆ ਤਰੀਕੇ ਨਾਲ ਇਹ ਦੱਸਿਆ ਹੋਇਆ, ਜੇਕਰ ਆਪਾਂ ਨੂੰ ਸਮਝ ਹੋਵੇ ਤਾਂ ਬਹੁਤ ਵਧੀਆ ਸਮਝ ਤੁਸੀਂ ਲੈ ਸਕਦੇ ਹੋ ਸੀਕੁਐਂਸ ਬਾਰੇ। ਉਹਨੀ ਗੱਲਾਂ ਬਾਤਾਂ ਨੂੰ ਆਪਾਂ ਇਸ ਵੀਡੀਓ ਡਿਸਕਸ ਕਰਾਂਗੇ। ਅੱਜ ਦਾ ਸਾਡਾ ਜੋ ਮੇਨ ਇੰਪੋਰਟੈਂਟ ਟੌਪਿਕ ਹੈ ਜਾਂ ਮੇਨ ਮੇਰਾ ਫੋਕਸ ਹੈ, ਉਹ ਦੋ ਗੱਲਾਂ 'ਤੇ ਹੈ। ਤੁਸੀਂ ਦੇਖਦੇ ਹੋਵੋਗੇ ਕਿ ਕਿਤੇ ਕਿਤੇ ਲਿਮਿਟ ਆਫ ਸੀਕੁਐਂਸ ਕਿਹਾ ਜਾਂਦਾ, ਕਿਤੇ ਕਿਤੇ ਲਿਮਿਟ ਪੁਆਇੰਟ ਆਫ ਸੀਕੁਐਂਸ ਕਿਹਾ ਜਾਂਦਾ। ਲਿਮਿਟ ਆਫ ਸੀਕੁਐਂਸ ਐਂਡ ਲਿਮਿਟ ਪੁਆਇੰਟ ਆਫ ਸੀਕੁਐਂਸ ਦੇ ਵਿੱਚ ਅੰਤਰ ਹੈ। ਉਸ ਅੰਤਰ ਨੂੰ ਅੱਜ ਆਪਾਂ ਸਮਝਣਾ ਹੈਗਾ। ਪਹਿਲਾਂ ਤਾਂ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਪੁਰਾਣੇ ਹੋ, ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਹੁਣ ਲਿਮਿਟ ਪੁਆਇੰਟ ਆਫ ਸੀਕੁਐਂਸ ਅਤੇ ਲਿਮਿਟ ਆਫ ਸੀਕੁਐਂਸ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਲਿਮਿਟ ਪੁਆਇੰਟ ਆਫ ਸੀਕੁਐਂਸ। ਇਹ ਰੀਅਲ ਨੰਬਰ L is said to be limit point of sequence an if every neighborhood of L contains infinite number of terms of an। ਕਹਿੰਦੇ L ਕੋਈ ਰੀਅਲ ਨੰਬਰ ਹੈ, ਉਹਨੂੰ an ਦਾ ਸੀਕੁਐਂਸ an ਦਾ ਲਿਮਿਟ ਪੁਆਇੰਟ ਕਦੋਂ ਕਿਹਾ ਜਾਏਗਾ? ਜਦੋਂ ਉਹਦੇ ਨੇਬਰਹੁੱਡ ਦੇ ਵਿੱਚ ਇਨਫਾਈਨਾਈਟਲੀ ਮੈਨੀ ਪੁਆਇੰਟਸ ਹੋਣ। ਕਿਵੇਂ ਸਮਝਿਆ ਜਾ ਸਕਦਾ? ਇੱਕ ਐਗਜ਼ਾਮਪਲ ਦੇਖਦੇ ਹਾਂ। ਸਾਡੇ ਕੋਲ an ਹੈ -1 ਦੀ ਪਾਵਰ n, -1 ਦੀ ਪਾਵਰ n, ਜਿਸ ਨੂੰ ਅਸੀਂ ਲਿਖੀਏ ਤਾਂ ਇਹ ਕੀ ਬਣੇਗਾ? -1 1 -1 1 -1 1। ਇਸ ਤਰੀਕੇ ਨਾਲ ਇਹ ਸੀਕੁਐਂਸ ਚੱਲਦੀ ਜਾਏਗੀ। ਤੁਸੀਂ ਦੇਖੋ ਕਿ ਬਹੁਤ ਸਾਰੀਆਂ ਟਰਮਸ -1 'ਤੇ ਨੇ ਅਤੇ ਬਹੁਤ ਸਾਰੇ ਟਰਮਸ 1 'ਤੇ ਨੇ। ਇਹ ਸੀਕੁਐਂਸ ਔਸਕੀਲੇਟਿੰਗ ਸੀਕੁਐਂਸ ਹੈ, ਜਿਸ ਦੇ ਵਿੱਚ ਟਰਮ -1 1 -1 1 1 ਐਵੇਂ ਚੱਲਦੀ ਰਹਿੰਦੀ ਹੈ। ਯਾਨੀ ਕਿ ਸੀਕੁਐਂਸ ਦੇ ਵਿੱਚ ਬਹੁਤ ਸਾਰੀ ਟਰਮਸ ਨੇਗੀਆਂ, ਉਹਦੇ ਵਿੱਚੋਂ ਅੱਧੀਆਂ ਜੋ ਕਿ ਆਪਦੇ ਆਪ 'ਚ ਬਹੁਤ ਸਾਰੀਆਂ ਨੇਗੀਆਂ ਉਹ -1 ਦੇ ਨਾਲ ਨੇ, ਅਤੇ ਉਸ ਦੇ ਵਿੱਚੋਂ ਅੱਧੀਆਂ ਜਿਹੜੀਆਂ ਕਿ ਆਪਦੇ ਵਿੱਚ ਬਹੁਤ ਨੇ ਉਹ 1 ਕੋਲ ਨੇ। ਯਾਨੀ ਕਿ ਇਸ ਸੀਕੁਐਂਸ ਦੇ ਦੋ ਲਿਮਿਟ ਪੁਆਇੰਟ ਹੋ ਗਏ, ਇੱਕ -1 ਅਤੇ ਇੱਕ 1, ਇੱਕ -1 ਅਤੇ ਇੱਕ 1 ਹੋ ਗਿਆ। ਸੋ ਲਿਮਿਟ ਆਫ ਅ ਸੀਕੁਐਂਸ, ਲਿਮਿਟ ਪੁਆਇੰਟ ਆਫ ਸੀਕੁਐਂਸ ਕੀ ਹੈਗਾ? ਇੱਕ ਐਸਾ ਪੁਆਇੰਟ ਹੈ ਜਿਹਦੇ ਆਲੇ ਦੁਆਲੇ ਬਹੁਤ ਸਾਰੀ ਟਰਮਸ ਕੀ ਹਨ? ਇਕੱਠੀਆਂ ਹੋ ਜਾਣ। ਇੱਕ ਹੋਰ ਉਦਾਹਰਨ ਦੇਖੋ, ਜੇ ਮੈਂ ਲੈ ਲਾਂ an = m + 1/n, m + 1/n। ਇਹ ਬਹੁਤ ਇੰਪੋਰਟੈਂਟ ਐਗਜ਼ਾਮਪਲ ਹੈਗੀ, ਦੇਖਿਓ। am = m + 1/n, amn ਕਹਾਂਗੇ ਵੈਸੇ ਨੂੰ ਆਪਾਂ, m + 1/n। ਸਭ ਤੋਂ ਪਹਿਲਾਂ ਤੁਸੀਂ m ਨੂੰ ਵਰੀ ਕਰਾਓ, 1 + 1/n, 2 + 1/n, 3 + 1/n, ਐਵੇਂ ਚੱਲਦਾ ਜਾਏਗਾ। ਠੀਕ, ਫਿਰ ਤੁਸੀਂ 1/n ਨੂੰ ਵਰੀ ਕਰਾਓ, 1 + 1, 1 + 1/2, 1 + 1/3, 1 + 1/4 up to so on। फिर 2 + 1, 2 + 1/2, 2 + 1/3, 2 + 1/4, ठीक है, up to so on। फिर एवं 3 + 1/1, 3 + 1/2, 3 + 1/3, 3 + 1/4 up to so on। ਕਿੰਨੀਆਂ ਟਰਮਸ ਲਿਖੀਆਂ ਜਾਣਗੀਆਂ? ਦੇਖੋ, ਕੁਛ ਵੱਡੀ ਗੱਲ ਸਮਝਣ ਦੇ ਲਈ ਵੱਡੇ ਸਵਾਲਾਂ 'ਚ ਵੀ ਲੰਘਣਾ ਪੈਂਦਾ ਹੈ। ਅਸੀਂ ਕੀ ਦੇਖ ਰਹੇ ਹਾਂ? amn ਹੈ, m + 1/n ਹੈ। ਪਹਿਲਾਂ m ਨੂੰ ਵਰੀ ਕਰਾਇਆ 1 2 3, 1/n ਨੂੰ ਕੁਛ ਨਹੀਂ ਕਿਹਾ। ਫਿਰ 1/n ਨੂੰ ਵਰੀ ਕਰਾਇਆ 1 ਦੇ ਨਾਲ, ਫਿਰ 2 ਦੇ ਨਾਲ ਵਰੀ ਕਰਾਇਆ, ਫਿਰ 3 ਦੇ ਨਾਲ ਵਰੀ ਕਰਾਇਆ। ਇਸ ਦੇ ਨਾਲ ਕੀ ਦੇਖਣ ਨੂੰ ਮਿਲਦਾ ਹੈ? ਜਿਉਂ ਜਿਉਂ ਅਸੀਂ ਇਨਫਿਨਿਟੀ 'ਤੇ ਜਾਵਾਂਗੇ, ਜਿਹੜੀ ਆਹ ਵਾਲੀ ਸੀਕੁਐਂਸ ਹੈ ਇਹ ਤੁਹਾਨੂੰ ਲਿਮਿਟ ਪੁਆਇੰਟ ਦੇਵੇਗੀ 1।
ਇਹ ਲਿਮਟ ਪੁਆਇੰਟ ਦੇਵੇਗੀ 2, ਇਹ ਲਿਮਟ ਪੁਆਇੰਟ ਦੇਵੇਗੀ 3। ਇਸ ਤਰ੍ਹਾਂ ਕਰਦੇ ਕਰਦੇ ਅਪ ਟੂ ਸੋ ਔਨ ਇਨਫਿਨਿਟੀ ਤੱਕ ਤੁਹਾਨੂੰ ਬਹੁਤ ਸਾਰੇ ਲਿਮਿਟ ਪੁਆਇੰਟ ਜਿਹੜੇ ਹੈਗੇ ਨੇ ਉਹ ਮਿਲ ਜਾਣਗੇ। ਜਾਣੀ ਕਿ ਹੁਣ ਤੱਕ ਅਸੀਂ ਨੇ 2 ਐਗਜ਼ਾਮਪਲ ਦੇਖੀਆਂ। ਇੱਕ ਐਸੀ ਐਗਜ਼ਾਮਪਲ ਜਿਸ 'ਚ ਕੁੱਲ 2 ਹੀ ਲਿਮਟ ਪੁਆਇੰਟ ਸੀਗੇ, ਇੱਕ ਐਸੀ ਐਗਜ਼ਾਮਪਲ ਜਿਹਦੇ ਵਿੱਚ ਇਨਫਾਈਨਾਈਟਲੀ ਮੈਨੀ ਲਿਮਿਟ ਪੁਆਇੰਟਸ ਨੇਗੇ। ਇਸ ਤਰ੍ਹਾਂ ਹੀ ਕੁਛ ਐਗਜ਼ਾਮਪਲ ਇਹੋ ਜਿਹੀਆਂ ਹੁੰਦੀਆਂ ਨੇ ਜਿਹਦੇ ਵਿੱਚ ਸਿਰਫ ਇੱਕ ਹੀ ਲਿਮਿਟ ਪੁਆਇੰਟ ਹੁੰਦਾ, ਜਿਹ 'ਚ ਸਿਰਫ ਕੀ ਹੁੰਦਾ ਵੀ ਇੱਕ ਹੀ ਲਿਮਿਟ ਪੁਆਇੰਟ ਹੁੰਦਾ ਅਤੇ ਉਹੀ ਲਿਮਿਟ ਆਫ ਸੀਕੁਐਂਸ ਬਣਦਾ। ਉਹੀ ਕੀ ਬਣਦਾ ਵੀ ਲਿਮਿਟ ਆਫ ਸੀਕੁਐਂਸ ਬਣਦਾ। ਹੁਣ ਦੇਖੋ ਲਿਮਿਟ ਆਫ ਸੀਕੁਐਂਸ ਕੀ ਹੈ। ਲੈਟ ਏ ਐਨ ਵੀ ਏ ਸੀਕੁਐਂਸ ਆਫ ਐਲ ਬਿਲੋਂਗਸ ਟੂ ਐਂਡ ਐਲ ਬਿਲੋਂਗਸ ਟੂ ਆ, ਜਾਣੀ ਕਿ ਐਲ ਕੋਈ ਰੀਅਲ ਨੰਬਰ ਹੈ ਤਾਂ ਐਲ ਨੂੰ ਮੈਂ ਲਿਮਿਟ ਕਹੂੰਗਾ ਸੀਕੁਐਂਸ ਦੀ। ਕਦੋਂ ਕਹੂੰਗਾ? ਜਦੋਂ ਇੱਕ ਟਾਈਮ ਤੋਂ ਬਾਅਦ ਸੀਕੁਐਂਸ ਦੀ ਟਰਮਸ ਦਾ ਡਿਫਰੈਂਸ ਐਲ ਨਾਲੋਂ ਐਪਸਿਲਨ ਤੋਂ ਘੱਟ ਜੇ। ਸਮਝਣ ਦੀ ਕੋਸ਼ਿਸ਼ ਕਰਨੀ ਹੈ, ਇਹਦੀ ਗੱਲ ਕਰ ਰਹੇ ਹਾਂ। ਉਦਾਹਰਨ ਦੇਖੋ, ਏ ਐਨ ਇਜ਼ ਇਕੁਅਲ ਟੂ 1/n ਹੈ। ਏ ਐਨ ਇਜ਼ ਇਕੁਅਲ ਟੂ 1/n ਹੈ। ਦੇਖੋ ਜੇ ਆਪਾਂ ਇਹਨੂੰ ਚਲਾਈਏ ਤਾਂ 1, 1/2, 1/3 ਅਪ ਟੂ ਸੋ ਔਨ ਐਵੇਂ ਚੱਲਦਾ ਜਾਏਗਾ। ਬਿਲਕੁਲ ਠੀਕ ਹੈ। ਪਿਛਲੀ ਵੀਡੀਓ 'ਚ ਮੈਂ ਦੱਸੀ ਸੀ ਗੱਲ, ਇਹ 0 ਹੈ, ਇਹ 1 ਹੈ। ਪਹਿਲਾਂ 1, ਫਿਰ 1/2, ਫਿਰ 1/3, ਫਿਰ 1/4, ਇਸ ਤਰ੍ਹਾਂ ਚੱਲਦੇ ਜਾ ਰਹੇ ਹਾਂ। ਤੁਸੀਂ ਕੀ ਦੇਖ ਰਹੇ ਹੋ? ਇੱਕ ਟਾਈਮ 'ਤੇ ਜਾ ਕੇ ਅਸੀਂ 0 ਦੇ ਬਿਲਕੁਲ ਨਜ਼ਦੀਕ ਪਹੁੰਚ ਜਾਵਾਂਗੇ। 0 ਦੇ ਬਿਲਕੁਲ ਨਜ਼ਦੀਕ ਪਹੁੰਚ ਜਾਵਾਂਗੇ। ਆਓ ਇਹਨੂੰ ਹੋਰ ਵੀ ਜ਼ਿਆਦਾ ਇਲਸਟ੍ਰੇਟ ਕਰੀਏ। 1, 1/2, 1/3, 1/4, 1/5, 1/6, 1/7। ਚਲੋ ਇੱਥੇ ਤੱਕ ਜਾਂਦੇ ਹਾਂ ਆਪਾਂ। 1 ਦਾ 1, 1/2 ਦਾ 0.5 ਬਣ ਜੂਗਾ, 1/3 ਦਾ ਲਗਭਗ 0.33 ਬਣ ਜੂਗਾ, 1/4 ਦਾ ਲਗਭਗ 0.25 ਬਣ ਜਾਏਗਾ, 1/5 ਦਾ ਲਗਭਗ 0.20 ਬਣ ਜਾਏਗਾ, 1/6 ਦਾ ਲਗਭਗ 1.16 ਬਣ ਜਾਏਗਾ ਅਤੇ 1/7 ਦਾ ਲਗਭਗ 1.14 ਬਣ ਜਾਏਗਾ। ਸੋ ਇਸ ਤਰੀਕੇ ਨਾਲ ਅਸੀਂ ਟਰਮ ਕੀ ਕਰਨੀ ਹੈ ਵੀ ਚੱਲਦੀ ਜਾਣੀ ਆ। ਹੁਣ ਮੈਂ ਅਗਰ ਇੱਥੇ ਕਹਾਂ, ਠੀਕ ਹੈ, ਮੈਂ ਇੱਥੇ ਦੱਸਦਾ ਤੁਹਾਨੂੰ ਕਿ ਲਿਮਿਟ n ਅਪਰੋਚ ਟੂ ਇਨਫਿਨਿਟੀ ਆਫ ਏ ਐਨ, यानी कि लिमिट n अप्रोच टू इन्फिनिटी ऑफ 1/n दैट इज इक्वल टू 0। मैं कह रहा कि लिमिट 0 है। लिमिट की है सीक्वेंस की 0 है। लिमिट सीक्वेंस की 0 होने का मीनिंग की है कि मैं ज्यों ज्यों अगे चला जाऊँगा, जिमें जिमें मैं अगे बढ़ता जाऊँगा, 0 तो इसकी टर्म का डिफरेंस 0 तो घट जाएगा, समझ गए, ਜਾਂ ਐਪਸਾਈਲਨ ਤੋਂ ਘੱਟ ਜਾਏਗਾ, ਸੌਰੀ ਐਪਸਾਈਲਨ ਤੋਂ ਘੱਟ ਜਾਏਗਾ। ਮੰਨ ਲਓ ਮੈਂ ਇੱਥੇ ਐਪਸਾਈਲਨ ਸਿਲੈਕਟ ਕਰ ਲਿਆ 0.02, ठीक है भाई, 0.02 बहुत छोटा नंबर लगता है, इदू भी छोटा नंबर ले जाता है 0.02। मैं की कह रहा भी 0 लिमिट ऑफ सीक्वेंस है, लिमिट है 0 सीक्वेंस की। कदों? जदों एक ऐसा टाइम आऊगा कि जिहड़ा 0 का डिफरेंस है सीक्वेंस की टर्म तो वो 0.02 तो घट जूगा, बिल्कुल घट जूगा। इत्थे डिफरेंस कितना 0 तो 1 का? 1 है। इत्थे कितना रह गया? अद्धा रह गया। इत्थे 0.33 रह गया, 25 रह गया, 0. फिर 0.20 रह गया, फिर 0.16 रह गया, फिर 0.14 रह गया। घटते घटते ये बहुत ज़्यादा समॉल हो जाऊगा कि आप कहिए भी 0.00001 इन्ना भी हो जाऊगा। 0.10 बारी 0.1 लाना हो इन्ना डिफरेंस भी घट जूगा। सो लिमिट ऑफ सीक्वेंस की चीज़ है? एक ऐसा नंबर जिहदा डिफरेंस सीक्वेंस की टर्म तो बहुत ज़्यादा घट जे तो असीं कहने उन्होंने लिमिट ऑफ सीक्वेंस। हुण लिमिट पॉइंट नूं क्लस्टर पॉइंट भी कहते हैं, कंडेंसेशन पॉइंट भी कहते हैं लिमिट पॉइंट नूं। लिमिट पॉइंट बहुत सारे हो सकते हैं, लिमिट पॉइंट बहुत सारे हो सकते हैं, दिखाया ना मैंने, पर लिमिट एक ही होंगी है, लिमिट सिर्फ एक ही होंगी है तो उही कन्वर्जेंस का रूट है। जे आपां ने कहना हो भी कोई सीक्वेंस कन्वर्जेंट है तो असीं की कहांगे, ये सीक्वेंस ए एन इज सैड टू बी कन्वर्जेंट इफ लिमिट n अप्रोच टू इनफिनिटी ए एन इज इक्वल टू समथिंग एल। ठीक है, ए एन इज सैड टू बी कन्वर्जिंग टू एल इफ लिमिट n अप्रोच टू इनफिनिटी ए एन इज इक्वल टू एल। यानी कि कन्वर्जेंस जिहड़ी हैगी है उसनूं समझण तो पहलां बहुत जरूरी है कि असीं लिमिट पॉइंट नूं समझीए। जिहड़ा लिमिट पॉइंट है, लिमिट पॉइंट की हैगा
ਇੱਕ ਐਸਾ ਪੁਆਇੰਟ ਜਿਸ ਦੇ ਆਲੇ ਦੁਆਲੇ ਬਹੁਤ ਸਾਰੀਆਂ ਟਰਮਸ ਸੀਕੁਐਂਸ ਦੀਆਂ ਪਈਆਂ ਹੋਣ। ਠੀਕ ਹੈ, ਹੁਣ ਇੱਕ ਸੀਕੁਐਂਸ ਦੇ ਵਿੱਚ ਬਥੇਰੇ ਇਹੋ ਜਿਹੇ ਪੁਆਇੰਟ ਹੋਣਗੇ ਜਿੱਥੇ ਜਾ ਕੇ ਸੀਕੁਐਂਸ ਦੇ ਟਰਮਸ ਇਕੱਠੀਆਂ ਹੁੰਦੀਆਂ ਨੇ। ਜੇ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਕਿ ਇੱਕ ਦੇ ਆਲੇ ਦੁਆਲੇ ਵੀ ਕਿੰਨੀਆਂ ਸੀਗੀਆਂ, ਦੋ ਦੇ ਆਲੇ ਦੁਆਲੇ ਵੀ ਕਿੰਨੀਆਂ ਸੀਗੀਆਂ, ਸੋ ਬਹੁਤ ਸਾਰੀਆਂ ਹੋਣਗੀਆਂ। ਪਰ ਲਿਮਿਟ ਕੀ ਹੈ? ਲਿਮਿਟ ਇੱਕ ਐਸਾ ਨੰਬਰ ਹੈ ਕਿ ਬਹੁਤ ਸਾਰੀ ਟਰਮ ਦਾ ਡਿਫਰੈਂਸ, ਇੱਕ ਟਾਈਮ ਤੋਂ ਬਾਅਦ ਸਾਰੀ ਟਰਮ ਦਾ ਡਿਫਰੈਂਸ ਕਿਸੇ ਐਲ ਤੋਂ ਅਗਰ ਬਹੁਤ ਛੋਟਾ ਰਹਿ ਜਾਂਦਾ ਤਾਂ ਉਹ ਅਸੀਂ ਕਹਿੰਦੇ ਹਾਂ ਵੀ ਲਿਮਿਟ ਹੈ, ਜਾਂ ਇਹ ਕਹਿ ਲਓ ਵੀ ਕਨਵਰਜੈਂਸ ਦੀ ਲਿਮਿਟ ਹੈ। ਹੁਣ ਆਪਾਂ ਕੁਝ ਇੰਪੋਰਟੈਂਟ ਪੁਆਇੰਟਸ ਕਰਾਂਗੇ, ਫਿਰ ਉਸ ਤੋਂ ਅੱਗੇ ਹੋਰ ਸਮਝਾਂਗੇ। ਐਗਜ਼ਾਮ ਦੇ ਵਿੱਚ ਆਉਣ ਵਾਲਾ ਇੱਕ ਬਹੁਤ ਇੰਪੋਰਟੈਂਟ ਫੈਕਟ ਦੱਸ ਰਿਹਾ ਮੈਂ ਕਿ ਇਫ ਐਲ ਇਜ਼ ਦ ਲਿਮਿਟ ਪੁਆਇੰਟ ਆਫ, ਯਾਦ ਰੱਖਿਓ ਲਿਮਿਟ ਪੁਆਇੰਟ ਦੀ ਗੱਲ ਚੱਲ ਰਹੀ ਹੈ, ਐਲ ਇਜ਼ ਦ ਲਿਮਿਟ ਪੁਆਇੰਟ ਆਫ ए एन। अगर एल ए एन का लिमिट पॉइंट है तो जिहड़ा एल का इंटरवल होगा, एल का की होगा भी इंटरवल, नज़दीक का इंटरवल। ठीक है, सुनो ध्यान नाल, अगर एल लिमिट पॉइंट है, अपसाइलन 0 तो बड़ा कोई भी छोटा जिहा नंबर है, हाउएवर स्मॉल तां ही लिखिया जांदा है, कोई भी छोटा जिहा नंबर है तो ਜਿਹੜਾ ਐਲ ਦੇ ਨਜ਼ਦੀਕ ਦਾ ਘੇਰਾ ਹੋਊਗਾ, ਐਲ ਦੇ ਆਲੇ ਦੁਆਲੇ ਦੀ ਜਗ੍ਹਾ, ਮੰਨ ਲਓ ਵੀ ਆਹ ਰਹੀ ਨੰਬਰ ਲਾਈਨ, ਇੱਥੇ ਐਲ ਹੈ, ਇੱਥੇ ਸੀਕੁਐਂਸ ਦੇ ਟਰਮਸ ਪਈਆਂ ਹੋਈਆਂ ਨੇ, ਇੰਨੀ ਜਗ੍ਹਾ ਦੇ ਵਿੱਚ ਸੀਕੁਐਂਸ ਦੀ ਸਾਰੀ ਟਰਮਸ ਪਈਆਂ ਨੇਗੀਆਂ, ਉਹਦੇ ਵਿਚਕਾਰ ਕਿਤੇ ਐਲ ਹੈ, ਤਾਂ ਐਲ ਤੋਂ ਜਿਹੜਾ ਥੋੜ੍ਹੇ ਇੱਧਰ ਥਾਂ ਹੋਊਗਾ, ਥੋੜ੍ਹੇ ਇੱਧਰ ਥਾਂ ਹੋਊਗਾ, ਇਹਦੇ ਵਿੱਚ ਕੰਟੇਨਸ ਇਨਫਾਨਾਈਟ number of terms of an। एल ਨੂੰ ਲਿਮਿਟ ਪੁਆਇੰਟ ਤਾਂ ਕਹਾਂਗੇ ਜੇ ਐਲ ਦੇ ਆਲੇ ਦੁਆਲੇ ਬਹੁਤ ਸਾਰੀ ਟਰਮਸ ਪਈਆਂ ਹੋਣਗੀਆਂ। ਇਹੀ ਮੈਂ ਡੈਫੀਨੇਸ਼ਨ 'ਚ ਕਿਹਾ ਸੀਗਾ, ਇਫ ਐਵਰੀ ਨੇਬਰਹੁੱਡ ਆਫ ਐਲ ਕੰਟੇਨਸ ਇਨਫਾਨਾਈਟ ਨੰਬਰ ਆਫ ਟਰਮਸ then it will be called a limit point, it will be called limit point। एक तो आ पॉइंट इंपॉर्टेंट हो गया। ठीक है, दूसरा लिमिट पॉइंट ऑफ रेंज सेट, लिमिट पॉइंट ऑफ रेंज सेट इज आल्सो लिमिट पॉइंट ऑफ सीक्वेंस, बट converse need not be true, converse need not be true। आओ आप इस गल की चर्चा करिए, बहुत इंपॉर्टेंट है। लिमिट पॉइंट ऑफ रेंज सेट इज ऑल्सो लिमिट पॉइंट ऑफ सीक्वेंस, बट कन्वर्स नीड नॉट बी ट्रू। ਜਿਹੜਾ सीक्वेंस का रेंज सैट असीं बनाने हैं, सीक्वेंस का रेंज सैट बनाने हैं, ਜਿਹੜਾ ਉਹਦਾ लिमिट पॉइंट है वो सीक्वेंस का भी लिमिट पॉइंट ਹੁੰਦਾ। ठीक है, किवें देखो, ਜਿਹੜਾ रेंज सैट है ਉਹ सीक्वेंस के डिफरेंट नंबर ਚੱਕ ਕੇ ਬਣਦਾ। जे डिफरेंट ਦੇ ਵਿੱਚ ਵੀ ਕਿਸੇ ਇੱਕ ਨੰਬਰ ਵੱਲ ਬਾਹਲਾ ਜਾ ਰਹੀਆਂ ਟਰਮਸ, ਜੇਕਰ डिफरेंट ਦੇ ਵਿੱਚ ਵੀ ਕਿਸੇ ਇੱਕ ਨੰਬਰ ਦੇ ਆਲੇ ਦੁਆਲੇ ਟਰਮਸ ਇਕੱਠੀਆਂ ਹੋ ਰਹੀਆਂ ਨੇ ਤਾਂ ਮਤਲਬ ਸੀਕੁਐਂਸ ਤਾਂ ਬਹੁਤ ਸਾਰੀ ਇਕੱਠੀਆਂ ਹੋ ਰਹੀਆਂ ਹੋਣਗੀਆਂ। रेंज सैट ਤਾਂ डिफरेंट टर्म्स ਤੋਂ ਬਣਦਾ ਨਾ, ਪਰ ਜੇ डिफरेंट टर्म्स ਤੋਂ ਬਣੇ ਹੋਏ सैट ਦੇ ਵਿੱਚ ਵੀ ਕੋਈ ਐਸੀ ਟਰਮ ਦਿਖਦੀ ਹੈ ਜਿਹਦੇ ਆਲੇ ਦੁਆਲੇ ਬਹੁਤ ਸਾਰੀ ਟਰਮਸ ਇਕੱਠੀਆਂ ਹੁੰਦੀਆਂ ਨੇ ਤਾਂ ਮਤਲਬ ਸੀਕੁਐਂਸ ਤਾਂ ਉਸ ਤੋਂ ਵੀ ਜ਼ਿਆਦਾ ਇਕੱਠੀਆਂ ਹੋਣਗੀਆਂ। ਸੋ रेंज सैट ਦਾ ਜਿਹੜਾ ਲਿਮਿਟ ਪੁਆਇੰਟ ਹੈ ਉਹ ਸੀਕੁਐਂਸ ਦਾ ਵੀ ਹੋਏਗਾ, ਪਰ ਕਨਵਰਸ ਟਰੂ ਨਹੀਂ ਹੈਗਾ। ਜਿਹੜਾ ਸੀਕੁਐਂਸ ਦਾ ਲਿਮਿਟ ਪੁਆਇੰਟ ਹੈ ਉਹ रेंज सैट ਦਾ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੈਗਾ। ਆਓ ਆਪਾਂ ਸਮਝੀਏ ਕਿਉਂ। ਹੁਣ ਸੋਚੋ ਕਿ ਜੇਕਰ सीक्वेंस अपनी है -1 ਦੀ ਬਰਨੈਸ, ਮੰਨ ਲਓ ਆਹੀ ਸੀਕੁਐਂਸ ਚੱਕ ਲੈਂਦੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ -1 1 -1 1 -1 1 ਅਪ ਟੂ 1। ਠੀਕ ਹੈ, ਤੁਸੀਂ ਗੌਰ ਨਾਲ ਦੇਖੋ ਇਨਫਾਨਾਈਟ ਟਰਮਸ -1 ਦੇ ਕੋਲ ਪਈਆਂ ਨੇ, ਇਨਫਾਨਾਈਟ ਟਰਮਸ 1 ਨਹੀਂ ਆ, ਜਾਨੀ ਕਿ ਸਾਡੇ ਕੋਲ ਲਿਮਿਟ ਪੁਆਇੰਟ ਕੀ ਆ ਗਏ -1 ਤੇ 1 ਆ ਗਏ। ਪਰ ਦੂਜੇ ਪਾਸੇ ਜੇ ਆਪਾਂ रेंज सैट देखिए, रेंज सैट ਕਿਹੜਾ ਹੁੰਦਾ सैट ऑफ डिफरेंट टर्म्स ऑफ सीक्वेंस। डिफरेंट टर्म्स ਕਿਹੜੇ ਨੇ, ਇੱਕ -1 ਹੈ ਤੇ ਇੱਕ 1 ਹੈ। ਹੁਣ रेंज सैट ਦੇ ਵਿੱਚ ਆਪਣੇ ਕੋਲ ਕਿਹੜਾ ਐਸਾ ਨੰਬਰ ਹੈ ਜਿਹਦੇ ਆਲੇ ਦੁਆਲੇ ਇਨਫਾਈਨਾਈਟ ਨੰਬਰ ਪਏ ਹੋਣ,
ऐसा कोई नंबर नहीं। रेंज सैट का मेरे को पहले 2 नंबर ने, इस करके इत्थे तो लिमिट पॉइंट कोई है ही नहीं हैगा, लिमिट पॉइंट कोई भी नहीं हैगा। इस करके ये पॉइंट ये कंसैप्ट बिल्कुल क्लीयर है कि जो रेंज सैट का लिमिट पॉइंट होएगा वो सीक्वेंस का तो होएगा, पर सीक्वेंस जो लिमिट पॉइंट होएगा वो रेंज सैट का नहीं होएगा। ये लिमिट पॉइंट बारे बहुत इंपोर्टेंट गलबात सी आप की। हुण इस तो कुछ होर गलबात आप करते हैं। हाँ जी, हुण आप कुछ करांगे एग्जाम्पल्स, कुछ एग्जाम्पल के राही आप समझने की कोशिश करांगे कि सीक्वेंस के लिमिट पॉइंट तो रेंज सैट के लिमिट पॉइंट च की अंतर आ है। सब तो जी पहली मैं एग्जाम्पल थोड़े नाल सैट करके देखदा वो है SN इज इक्वल टू 1 ओनली, जाए कह लो 1/n, बहुत ही लगूगा 1/n लवेंगे। तो जो 1/n है तो टर्म्स क्यों होंगे, एक पावर लगा भी एक, फिर भी एक, फिर भी एक, फिर भी एक, इस तरीके एक एक करके चलता रहेगा। तो लिमिट पॉइंट ऑफ सीक्वेंस, सॉरी पहला आप सीक्वेंस लिख ली, ये की है भी सीक्वेंस आप रेंज सैट लिखिए पहला, यदा रेंज सैट की आएगा, रेंज सैट की आएगा ओनली 1 आएगा, क्योंकि रेंज सैट इज द सैट ऑफ डिफरेंट टर्म्स ऑफ सीक्वेंस। हुण सीक्वेंस के विच तां एक 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 करते करते इस तरह बहुत सारे टर्म्स नहीं है, यानी कि जिहड़ा इहदा लिमिट पॉइंट है, इहदा लिमिट पॉइंट है वो सूँ मिल गया एक, क्योंकि एक ते टर्म्स बहुत सारिया नहीं, ठीक है। पर रेंज सैट को तो एलीमेंट एक है, सो इसका लिमिट पॉइंट कोई नहीं है। लिमिट पॉइंट वो होंदा है जिहदे आले दुआले बहुत सारी टर्म्स सैट दियां पईयां होण। हुण रेंज सैट दी इक्को ही टर्म है, वो आले दुआले रेंज सैट दियां 4 टर्म्स है नहीं। सीक्वेंस दी टर्म्स अनेक ने पर वो टर्म्स सारियां एक ही ने, इस करके उसका लिमिट पॉइंट भी एक है। ठीक हो गया। इस दे नाल ही आपां जिहड़ी पहला एग्जाम्पल आम तौर पर लैने हुंदे आ उहनूं भी डिस्कस कर लैने। 1/n है, जे आप सीक्वेंस लिखनी हो, सीक्वेंस की लिखी जाएगी एक, फिर 2 भरिया जाएगा, फिर 3 भरिया जाएगा, फिर 4 भरिया जाएगा, अप टू 100 एम चलता जाएगा। सिमिलरली जे रेंज सैट लिखिए तो रेंज सैट तुसीं देख सकते हो, क्योंकि डिफरेंट डिफरेंट टर्म्स ने सारियां, तो एज इट इज़ ही तारियां जानियां, यानी कि इत्थे रेंज सैट के सीक्वेंस तो कोई अंतर ही नहीं रहा, रेंज सैट के सीक्वेंस कोई अंतर नहीं रहा। तो यदा जो लिमिट पॉइंट है वो 0 मिलूगा, तो यदा लिमिट पॉइंट की मिलूगा 0, सारे का लिमिट पॉइंट 0 मिलेगा। हुण तुसीं सोचोगे भी 0 तो है ही नहीं गा, किते ना किते कई बार जो मैं पढ़ता सी मैनूं भी दिक्कत आती सी, मैं सोचदा भी 0 तो है ही नहीं विच, 1/n है इनफिनिटी भरना नहीं, तो 1/n तो 0 तो है ही नहीं गा। ਆਪਾਂ ने ये भी नहीं कहा भी ਜਿਹੜਾ L है वो सीक्वेंस का मैंबर होवे, इत्थे किते नहीं मैं कहा भी L ਜਿਹੜਾ हैगा सीक्वेंस का मैंबर होवे, सिर्फ ये गल कही गई है भी L एक रियल नंबर है, कोई भी रियल नंबर है, तो वो आले दुआले सीक्वेंस दियाँ टर्म्स इकट्ठियां होंदी जांदियां नेगीआं। हुण इत्थे भी तो की हो रहा है, तुसीं इहनूं बहुत बार दिखा चुका मैं, डायग्राम बना के, पहला एक फिर अद्धा रह गया, फिर उदू घट गया, एवें घटते घटते 0 के लेवल पर जाई जांदे ने, 0 कोल जाके इकट्ठे हो जाते हैं सारे, 0 के सज्जे पासे इन्ना इकट्ठ बन गया, इस करके 0 की बन गया लिमिट पॉइंट बन गया। ठीक है। क्वेश्चन नंबर एग्जाम्पल नंबर 3, एग्जाम्पल नंबर 3 जी मैं सिलेक्ट की है दैट इज SN इज इक्वल टू 1 + -1/n, 1 + -1/n। आओ इनू समझिए की सीक्वेंस है ये। जे असी 1 भरते हैं तो 1 - 1 की आएगा 0, जे असी 2 भरते हैं तो 1 + 1 की आएगा 2, यानी कि जिथे जिथे ऑड होंगे उत्थे 0 आएगा, जिथे जिथे इवन होंगे तो 2 आएगा, 0 2 0 2 0 2 इस तरह ही चलता रहना है। फिर इस तो बाद रेंज सैट, रेंज सैट की है सैट ऑफ डिफरेंट टर्म्स, ये डिफरेंट डिफरेंट 2 ही टर्म्स नहीं है, एक 0 तो एक 2। हुण तुसीं गौर नाल देखो सीक्वेंस दे विच टोटल इनफाइनाइटली मेन टर्म्स होंदे नेगीआं, जिहदे विच्चों 0 0 0 किन्ने बार है, फिर 2 2 2 किन्ने बार है। तुसीं एक होर देखो, कई बार ऐ ना सोचो भी देखो तो तिन्न नहीं इत्थे 0 0 0 नहीं, ये चलती जा रही है, ਇਹਦਾ कोई एंड है। सीक्वेंस का कोई एंड नहीं होंदा, जी चलती ही जाना होंदा है, बहुत दूर तक चली जाती है, इस करके इनफाइनाइट टर्म्स नहीं आ, यानी कि ये कोल 2 लिमिट पॉइंट आ गए, कौन कौन, एक तो 0 आ गया तो एक 2 आ गया। पर जो रेंज सैट है ये तो एलीमेंट ही 2 ने सारे, ये इनफाइनाइट नंबर ही नहीं है, इस करके इसका लिमिट पॉइंट की है
कुछ भी नहीं हैगा, लिमिट पॉइंट का खाली है। आई होप कि क्लीयर हो ही जाता होगा। तीसरी जी चौथी जी एग्जाम्पल है वैसे मैं करवा चुका हूँ, चलो फिर भी दोबारा डिस्कस करने से कोई हर्ज नहीं। एस एन इजिकल टू -1 एन है। मैं थोड़ा पहले दस के हटां कि सीक्वेंस जो बनाऊँगे तो पहली -1 आएगी, फिर 1 आएगी, फिर -1 आएगी, फिर 1 आएगी, एवें चली चलेगा। ठीक है, जो रेंज सैट है, रेंज सैट इज द सैट ऑफ डिफरेंट टर्म्स कि ने एक -1 है तो एक 1 है, दो ही नहीं गया, ਜਾਂ -1 है तो ਜਾਂ फिर 1 है। ਹੁਣ इतों की क्लीयर हो रहा है कि ਜਿਹੜੇ सीक्वेंस के लिमिट पॉइंट ने वो दो ने, एक -1 तो एक, पर रेंज सैट के कोल एलीमेंट ही सारे दो ने, तो इसका लिमिट पॉइंट कोई भी नहीं हैगा। फॉर एग्जाम्पल सी है बहुत इंपोर्टेंट। चलो पंजवीं एक होर करते हैं। पंजवीं एग्जाम्पल की है भी -1 की पावर n 1 + 1 अपॉन n, -1 की पावर n 1 + 1 अपॉन n। देखो सीक्वेंस बनावांगे, जो सीक्वेंस बनावांगे थोड़ा पहला एलीमेंट मिलेगा -2, पहला एलीमेंट की मिलेगा -2, जो दूसरा पता करांगे तो थोड़ा वो मिलेगा 3/2, जो तीजा पता करांगे तो सानू मिलेगा -4/3। ठीक है, फिर नैक्सट पता करांगे तो थोड़ा मिलेगा 5/4। इस तरीके से चलते चलोगे। तुम एक चीज़ तो क्लीयरली देख सकते हो कि सारिया टर्म्स डिफरेंट आएंगे, सारी टर्म्स की आएंगे डिफरेंट आएंगे, तो ये एवं चली चलेगा, यानी कि रेंज सैट भी यही होगा तो सीक्वेंस भी खुद ही आप ही होगी। ठीक हो गया। हुण गौर नाल समझो, मैं तुहानूं समझाना उसे बना के देखो। -2 -1 0 1 तो 2, पहली टर्म की है भी -2, दूसरी टर्म की है 3/2, यानी कि आ रहा 3/2 1.5, पहला -2, फिर 3/2, फिर 4/3 यानी कि -1.33, फिर 5/4 यानी कि 1.2 5 1.25 सॉरी 1.25, यानी कि सीक्वेंस की कर रही है, आई जाती है, फिर आ जाती है, फिर आ जाती है, फिर आ जाती है, करते कराते इत्थे 2 पॉइंटा से इन्होंने डगोरी धर लेनी सारी, -1 तो 1, यानी कि लिमिट पॉइंट की ने दे -1 तो 1 ने, इधरों -2 वालों अगों नूं वधदी जा रही है, उधरों 3/2 तो इधर आती जा रही है। ठीक है, तो वो कितने पहुँचनी, इधरों -2 तो चल के -1 तो चली जाएगी, तो उधरों चलती आके वो 1 तो आ जाएगी, यानी कि -1 तो 1 दो ही लिमिट पॉइंट ने, यही ये ने सीक्वेंस के, तो यही रेंज सैट के होणगे। सो बहुत इंपोर्टेंट अपने 5 एग्जाम्पल की, उस तो अगे आप होर वधिया गल्लां दी गल करांगे। हाँ जी, हुण आपां इस टॉपिक की समाप्ति वाल वधदे हां। हुण आपां कन्वर्जेंट सीक्वेंस ते नॉन कन्वर्जेंट सीक्वेंस बारे समझांगे। वैसे तो आपां जो कन्वर्जेंट की गल करते हैं तो आपां दूजे शब्द डाइवरजेंट वरतते हैं, पर मैं कहूँगा भी तुसीं कन्वर्जेंट ते नॉन कन्वर्जेंट शब्द वरतो। उहदा की चक्कर है देखो, पहला आपां कन्वर्जेंट सीक्वेंस समझते हैं। कन्वर्जेंट सीक्वेंस, ये सीक्वेंस an is said to be convergent if limit n approach to infinity an is equal to l। अगर कोई सीक्वेंस है उन्होंने कहा जाएगा कन्वर्जेंट, किसनों कन्वर्जेंट टू एल, कन्वर्जिंग टू एल कह लो चाहे कन्वर्जेंट टू एल कह लो, इफ लिमिट n अप्रोच टू इनफिनिटी an इज इक्वल टू एल। कहना मतलब की है ज्यों ज्यों अगे बढ़ते जाइए असी एल के नज़दीक पहुँचते जाइए तो असीं कहांगे ये लिमिट पॉइंट लिमिट है, समझ गए। तो यही कन्वर्जेंस है, जी किसी सीक्वेंस नूं कोई ऐसा पॉइंट मिल जाए कि एक टाइम तो बाद सारी टर्म्स उहदे लवे जा पहुँचन तो उन्होंने असीं कहने आ कन्वर्जेंट सीक्वेंस कहने आ। एक चीज़ होर याद रखियो, इफ एल इज़ लिमिट, जदों कोई सीक्वेंस एल नूं कन्वर्ज कर रही है तो एल उस सीक्वेंस का लिमिट हो गया, लिमिट पॉइंट तो है ही है, उस सीक्वेंस की लिमिट होगी वो, समझ गए गल। एल इज़ लिमिट एंड
ਯੂਨੀਕ ਲਿਮਿਟ ਪੁਆਇੰਟ, ਆਪਾਂ ਇਹ ਕਹਾਂਗੇ ਯੂਨੀਕ ਲਿਮਿਟ ਪੁਆਇੰਟ। ਗੱਲ ਸਮਝ ਲੱਗੀ? ਲਿਮਿਟ ਪੁਆਇੰਟ ਤਾਂ ਬਹੁਤ ਸਾਰੇ ਹੁੰਦੇ ਨੇ, ਪਰ ਲਿਮਿਟ ਇੱਕੋ ਹੀ ਹੁੰਦੀ ਹੈ। ਲਿਮਿਟ ਪੁਆਇੰਟ ਤਾਂ ਬਹੁਤ ਸਾਰੇ ਹੁੰਦੇ ਨੇ, ਸੀਕੁਐਂਸ ਕੋਲ ਇੱਕ ਇਸ ਤਰ੍ਹਾਂ ਦੇ ਬਹੁਤ ਸਾਰੇ ਪੁਆਇੰਟ ਹੋਣਗੇ ਜਿਹੜੇ ਕੀ ਹੋਣਗੇ ਕਿ ਲਿਮਿਟ ਪੁਆਇੰਟ ਬਣਦੇ ਹੋਣਗੇ, ਜਿਹਦੇ ਅਦਰ ਇਨਫਾਈਨਾਈਟ ਟਰਮਸ ਹੋਣਗੀਆਂ, ਪਰ ਲਿਮਿਟ ਇੱਕੋ ਹੀ ਹੁੰਦੀ ਹੈ। ਫॉर एग्जांपल ਜੇ ਲਿਮਿਟ n ਅਪਰੋਚ ਟੂ ਇਨਫਿਨਿਟੀ an ਲਿੱਤਾ ਜਾਵੇ, ਲਿਮਿਟ n ਅਪਰੋਚ ਟੂ ਇਨਫਿਨਿਟੀ 1/n ਦਾ 1/n ਦਾ, ਤਾਂ ਤੁਸੀਂ ਦੇਖੋਗੇ ਇਹ 0 ਕੋਲ ਚਲਾ ਜਾਏਗਾ। ਇਸ ਦੇ ਕੋਲ ਚਲਾ ਜਾਏਗਾ, 0 ਕੋਲ ਚਲਾ ਜਾਏਗਾ। ਤਾਂ ਇੱਥੇ ਕੀ ਹੈ ਵੀ 0 ਸਾਡਾ ਲਿਮਿਟ ਹੈ, ਸੀਕੁਐਂਸ ਦਾ ਲਿਮਿਟ ਹੈ 0। 0 ਇਜ਼ ਦ ਲਿਮਿਟ ਆਫ ਸੀਕੁਐਂਸ। ਲਿਮਿਟ ਪੁਆਇੰਟ ਵੀ ਹੈ, ਲਿਮਿਟ ਵੀ ਹੈ, ਠੀਕ ਹੈ, ਕਿਉਂਕਿ ਲਿਮਿਟ ਵੀ ਤਾਂ ਇੱਕ ਲਿਮਿਟ ਪੁਆਇੰਟ ਹੀ ਹੈ। ਲਿਮਿਟ ਇਜ਼ ਅ ਲਿਮਿਟ ਪੁਆਇੰਟ ਬਟ ਯੂਨੀਕ, ਬਟ ਯੂਨੀਕ। ਹੁਣ ਆਪਾਂ ਕੁਛ ਇੰਪੋਰਟੈਂਟ ਗੱਲਾਂ ਨੇਗੀਆਂ ਉਹ ਸਮਝਾਂਗੇ ਲਿਮਿਟ ਪੁਆਇੰਟ ਬਾਰੇ। ਸਭ ਤੋਂ ਪਹਿਲੀ ਗੱਲ, वैसे लिमिट पॉइंट पर तो बहुत हो गया, आप कन्वर्जेंट सीक्वेंस पढ़ते हैं। एवरी बाउंडेड सीक्वेंस, एवरी बाउंडेड सीक्वेंस विद द यूनिक लिमिट पॉइंट, विद द यूनिक लिमिट पॉइंट इज कन्वर्जेंट। ठीक है, एक बाउंडेड सीक्वेंस होवे, ਉਹਦੇ ਕੋਲ ਯੂਨੀਕ ਲਿਮਿਟ ਪੁਆਇੰਟ ਹੋਵੇ ਤਾਂ ਉਹ ਕਨਵਰਜੈਂਟ ਕਹਾਉਂਦੀ ਹੈ। ਯੂਨੀਕ ਦਾ ਮਸਲਾ ਕੀ ਹੈ? ਹੁਣ ਦੇਖੋ, ਮੈਂ ਇਸ ਦੀ ਬਹੁਤ ਵਾਰ ਐਗਜ਼ਾਮਪਲ ਦਿੰਦਾ ਹੁੰਦਾ, ਬੜੀ ਵਧੀਆ ਚੀਜ਼ ਹੈ ਵੀ। -1/n, ਤੁਸੀਂ ਇਸ ਸੀਕੁਐਂਸ ਦਾ ਨੇਚਰ ਦੇਖਿਆ ਹੀ ਹੈ। ਸੀਕੁਐਂਸ ਦਾ ਨੇਚਰ ਕੀ ਹੈ? -1 1 -1 1 -1 1 ਐਵੇਂ ਚੱਲਦੀ ਜਾਂਦੀ ਹੈ ਨਾ। ਗੌਰ ਨਾਲ ਦੇਖੋ, ਇਹ -1 ਤੋਂ ਹੀ ਠਣੀ ਜਾ ਰਹੀ, 1 ਤੋਂ ਉੱਪਰ ਨਹੀਂ ਜਾ ਰਹੀ, यानी कि -1 तो 1 ਦੇ ਵਿਚਾਲੀ ਹੈ। ਐਕਚੁਅਲੀ ਹੈ ਤਾਂ ਇਹ -1 ਤੇ 1 ਦੇ ਉੱਪਰ ਹੀ ਹੈ, ਪਰ ਆਪਾਂ ਨੂੰ ਇਹਦਾ ਲੋਅਰ ਬਾਉਂਡ ਤਾਂ ਪਤਾ ਨਾ ਵੀ -1 ਤੋਂ ਨੀਚੇ ਨਹੀਂ ਜਾਂਦੀ, ਸਾਨੂੰ ਅੱਪਰ ਬਾਉਂਡ ਵੀ ਪਤਾ ਵੀ 1 ਤੋਂ ਉੱਪਰ ਨਹੀਂ ਜਾਂਦੀ। ਯਾਨੀ ਕਿ ਸੀਕੁਐਂਸ ਬਾਉਂਡਡ ਹੈ, ਯਾਨੀ ਕਿ ਸੀਕੁਐਂਸ ਕੀ ਹੈ? ਬਾਉਂਡਡ ਹੈ। ਪਰ ਸਮੱਸਿਆ ਕੀ ਹੈ ਵੀ ਇਹਦੇ ਲਿਮਿਟ ਪੁਆਇੰਟ ਦੋ ਨੇ। ਇਹਦੇ ਲਿਮਿਟ ਪੁਆਇੰਟ ਕੌਣ ਕੌਣ ਨੇ? ਇੱਕ -1 ਹੈ ਤੇ ਇੱਕ 1 ਹੈ। ਇੱਥੇ ਕੀ ਕਨਸੈਪਟ ਹੈ? ਜੇ ਸੀਕੁਐਂਸ ਬਾਉਂਡਡ ਹੈ ਤੇ ਇਹਦੇ ਕੋਲ ਯੂਨੀਕ ਲਿਮਿਟ ਪੁਆਇੰਟ ਹੈ ਤਾਂ ਉਹ ਕਨਵਰਜੈਂਟ ਹੈ। ਇਸੇ ਕਰਕੇ ਅਸੀਂ ਇਹਨੂੰ ਕਨਵਰਜੈਂਟ ਨਹੀਂ ਕਹਿੰਦੇ, ਇਹ ਨॉन ਕਨਵਰਜੈਂਟ ਹੈ। ਇਹ ਕੀ ਹੈ ਵੀ? ਨॉन ਕਨਵਰਜੈਂਟ। ਹੁਣ ਆਪਾਂ ਨॉन ਕਨਵਰਜੈਂਟ ਵੱਲ ਆਈਏ। नॉन कन्वर्जेंट सीक्वेंस, नॉन कन्वर्जेंट सीक्वेंस। नॉन कन्वर्जेंट ਦੇ ਵਿੱਚ ਕਾਫੀ ਕੁਛ ਹੈ ਸਮਝਣ ਵਾਲਾ, ਇਹੀ ਸਮਝਣਾ ਹੈਗਾ। ਆਓ ਆਪਾਂ ਸਮਝਦੇ ਹਾਂ। ਹਾਂਜੀ, ਹੁਣ ਨॉन ਕਨਵਰजेंट ਦੇ ਵਿੱਚ ਅੱਗੇ ਦੋ ਟਾਈਪਸ ਨੇਗੀਆਂ। ਸਭ ਤੋਂ ਪਹਿਲੀ ਟਾਈਪ ਹੈ ऑस्किलेटरी ਜਾਂ ऑस्किलेटिंग। ऑस्किलेटरी अगेन टू टाइप्स की है, एक होंगी है ऑस्किलेटिंग फाइनाइटली ते दूसरी होंगी है ऑस्किलेटिंग इनफाइनाइटली। ਇਹਦਾ ਕੀ ਚੱਕਰ ਹੈਗਾ? ਆਪਾਂ ਇਹਨੂੰ ਸਮਝੀਏ ਕਿ ਇਹ ਕੀ ਮਸਲਾ ਹੈ ऑस्किलेटिंग फाइनाइटली ਤੇ ऑस्किलेटिंग ਇਨਫਾਈਨਾਈਟਲੀ। ਇੱਕ ਮਸਲਾ ਤਾਂ ਸਾਹਮਣੇ ਦਿਖ ਰਿਹਾ, ਜਦੋਂ ਤੁਸੀਂ -1/n ਨੂੰ ਦੇਖਦੇ ਹੋ ਤਾਂ ਤੁਸੀਂ ਮਹਿਸੂਸ ਕਰੋ ਕਿ ਇਹ ऑस्किलेटिंग फाइनाइटली है। क्यों? -1 -1 -1 -1 एक फाइनाइट इंटरवल ਦੇ ਵਿੱਚ ਹੀ ऑस्किलेट कर रही है, ਅੱਗੇ ਪਿੱਛੇ ਜਾ ਰਹੀ ਹੈ। ਠੀਕ ਹੈ। ਦੂਸਰੇ ਪਾਸੇ ऑस्किलेटिंग इनफाइनाइटली ਕਿਹੜੀ ਹੁੰਦੀ ਹੈ? ਉਹਦੇ 'ਚ ਦੇਖੋ -1/n × n -1/n × n। ਇਹਦੇ 'ਚ ਕੀ ਹੋਊਗਾ? -1 + 2 -3 + 4। ਜੇ ਤੁਸੀਂ 1 ਭਰੋਗੇ ਤਾਂ -1 ਆਏਗਾ, 2 ਇਹਨੂੰ ਬਣਾ ਕੇ ਦੇਖੋ, -1 2 -3 4 -5 6। ਇਹ ਸੀਕੁਐਂਸ ਇਸ ਤਰ੍ਹਾਂ ਬਣੇਗੀ, ਯਾਨੀ ਕਿ ਇਹ ਪਹਿਲਾਂ ਕੀ ਕਰ ਰਹੀ ਹੈ? -1 ਤੋਂ 2 ਤੇ ਜਾਂਦੀ ਹੈ, ਫਿਰ -3 ਤੇ ਜਾਂਦੀ ਹੈ, ਫਿਰ 4 ਤੇ ਜਾਂਦੀ ਹੈ, ਫਿਰ -5 ਤੇ ਜਾਂਦੀ ਹੈ। ਯਾਨੀ ਕਿ ਇਹ ਜੰਪ ਵੱਡਾ ਕਰੀ ਜਾਂਦੀ ਹੈ ਆਪਦਾ। ਇਸ ਨੂੰ ऑस्किलेटिंग इनफाइनाइटली ਕਹਿੰਦੇ ਨੇ। ਉਸ ਤੋਂ ਨੈਕਸਟ ਹੈ ਸੈਕਿੰਡ ਟਾਈਪ ਆਫ ਨॉन ਕਨਵਰਜੈਂਟਿੰਗ ਹੈਗੀ ਹੈ ਡਾਇਵਰਜੈਂਟ ਸੀਕੁਐਂਸਿਸ। ਕਿਹੜੀਆਂ ਵੀ? ਡਾਇਵਰਜੈਂਟ। ਡਾਇਵਰਜੈਂਟ ਦੇ ਵਿੱਚ ਅੱਗੇ ਦੋ ਨੇ, ਡਾਇਵਰਜਿੰਗ ਟੂ +∞ ਐਂਡ
ਡਿਵਰਜਿੰਗ ਟੂ ਮਾਈਨਸ ਇਨਫਿਨਿਟੀ, ਡਿਵਰਜਿੰਗ ਟੂ ਪਲੱਸ ਇਨਫਿਨਿਟੀ ਐਂਡ ਡਾਇਵਰਜਿੰਗ ਟੂ ਮਾਈਨਸ ਇਨਫਿਨਿਟੀ। ਇੱਕ ਛੋਟੀ ਜਿਹੀ ਗੱਲ ਮੈਂ ਇੱਥੇ ਹੋਰ ਐਡ ਕਰਦਾ, ਜਦੋਂ ਆਸਕੀਲੇਟਰ ਦੇ ਵਿੱਚ ਆਸਕੀਲੇਟਿੰਗ ਫਾਈਨਾਈਟਲੀ ਹੋਊਗਾ ਤਾਂ ਉਦੋਂ ਇਹ ਬਾਉਂਡਡ ਸੀਕੁਐਂਸ ਦੀ ਫਾਰਮ 'ਚ ਹੋਊਗਾ। ਕਿਹੜੇ 'ਚ ਹੋਊਗਾ ਵੀ? ਬਾਉਂਡਡ ਦੀ 'ਚ ਹੋਏਗਾ, ਅਤੇ ਇਹਦੇ ਵਿੱਚ ਇਹ ਅਨਬਾਊਂਡਡ ਦੇ ਵਿੱਚ ਹੋਏਗਾ। ਠੀਕ ਹੈ, ਆਸਕੀਲੇਟਿੰਗ ਇਨਫਾਈਨਾਈਟਲੀ ਅਨਬਾਊਂਡਡ 'ਚ ਹੋਏਗਾ ਅਤੇ ਬਾਉਂਡਡ ਦੇ ਵਿੱਚ ਆਸਕੀਲੇਟਿੰਗ ਫਾਈਨਾਈਟਲੀ ਹੋਏਗਾ। ਹੁਣ ਡਾਇਵਰਜੈਂਟ ਹੈ, ਡਾਇਵਰਜਿੰਗ ਟੂ ਪਲੱਸ ਇਨਫਿਨਿਟੀ, ਡਾਇਵਰਜਿੰਗ ਟੂ ਮਾਈਨਸ ਇਨਫਿਨਿਟੀ। ਇਹਦੀ ਐਗਜ਼ਾਮਪਲ ਦੇਖੋ, ਜਿਵੇਂ n ਹੈ, ਹੁਣ n ਕੀ ਹੈ? 1 2 3 4 ਅਪ ਟੂ ਸੋ ਔਨ। ਡਿਵਰਜਿੰਗ ਟੂ ਪਲੱਸ ਇਨਫਿਨਿਟੀ ਕੀ ਕਹਿੰਦਾ ਹੈ ਕਿ ਲਿਮਿਟ n ਅਪਰੋਚ ਟੂ ਇਨਫਿਨਿਟੀ ਇਜ਼ ਇਕੁਅਲ ਟੂ ਪਲੱਸ ਇਨਫਿਨਿਟੀ। ਜਦੋਂ n ਨੂੰ ਅਸੀਂ ਅੱਗੇ ਅੱਗੇ ਲੈ ਕੇ ਜਾਈਏ ਅਤੇ ਟਰਮਸ ਇਨਫਿਨਿਟੀ ਵੱਲ ਚਲੇ ਜਾਣ ਤਾਂ ਉਦੋਂ ਡਿਵਰਜਿੰਗ ਟੂ ਪਲੱਸ ਇਨਫਿਨਿਟੀ ਹੁੰਦਾ। ਅਤੇ ਜੇ ਆਪਾਂ ਹੁਣ ਇੱਥੇ ਦੂਜੀ ਦੀ ਐਗਜ਼ਾਮਪਲ ਲਈਏ ਮਾਈਨਸ n ਕੀ ਬਣਾਏਗਾ? -1 -2 -3 -4 ਅਪ ਟੂ ਸੋ ਔਨ। ਇਹਦੇ ਵਿੱਚ ਲਿਮਿਟ n ਅਪਰੋਚ ਟੂ ਇਨਫਿਨਿਟੀ an ਮਾਈਨਸ ਇਨਫਿਨਿਟੀ ਵੱਲ ਜਾ ਰਿਹਾ। ਦੇਖੋ -1 ਹੈ, -2 ਹੋ ਗਿਆ, -3 ਹੋ ਗਿਆ, -4 ਹੋ ਗਿਆ, ਘਟਦਾ ਮਾਈਨਸ ਇਨਫਿਨਿਟੀ ਵੱਲ ਚਲਾ ਗਿਆ। ਯਾਨੀ ਕਿ ਡਿਵਰਜਿੰਗ ਟੂ ਪਲੱਸ ਇਨਫਿਨਿਟੀ ਦਾ ਮੀਨਿੰਗ ਕੀ ਹੈ ਵੀ ਜਿਵੇਂ ਜਿਵੇਂ n ਵਧੇ ਟਰਮਸ ਵੀ ਇਨਫਿਨਿਟੀ ਵੱਲ ਚਲੇ ਜਾਣ, ਅਤੇ ਡਿਵਰਜਿੰਗ ਟੂ ਮਾਈਨਸ ਇਨਫਿਨਿਟੀ ਦਾ ਮੀਨਿੰਗ ਕੀ ਹੈ ਕਿ ਜਿਵੇਂ ਜਿਵੇਂ ਘਟਾਈਏ ਉਵੇਂ ਟਰਮਸ ਅੱਗੇ ਜਾਈਏ, n ਨੂੰ ਵਧਾਈਏ, n ਇਨਫਿਨਿਟੀ ਵੱਲ ਜਾਵੇ ਅਤੇ ਟਰਮਸ ਮਾਈਨਸ ਇਨਫਿਨਿਟੀ ਵੱਲ ਤੁਰ ਪੈਣ, ਤਾਂ ਅਸੀਂ ਡਿਵਰਜਿੰਗ ਟੂ ਮਾਈਨਸ ਇਨਫਿਨਿਟੀ ਕਹਿੰਦੇ ਹਾਂ। ਸੋ ਕਨਵਰਜੈਂਟ ਸੀਕੁਐਂਸ ਕਿਹੜੀਆਂ? ਜਿਹਦੇ ਵਿੱਚ ਯੂਨੀਕ ਲਿਮਿਟ ਪੁਆਇੰਟ ਹੁੰਦਾ, ਜਾਂ ਇਹ ਕਹਿ ਲਓ ਕਿ ਕੋਈ ਐਸਾ ਨੰਬਰ ਜਿਹਦੇ ਵੱਲ ਸਾਰੀ ਟਰਮਸ ਇਕੱਠੀਆਂ ਹੋ ਗਈਆਂ, ਜਾ ਕੇ ਜਿਹਦੇ ਕੋਲ ਜਾ ਕੇ ਸਾਰੀ ਟਰਮਸ ਕੀ ਹੋ ਗਈਆਂ ਇਕੱਠੀਆਂ, ਉਹ ਲਿਮਿਟ ਹੈ ਸੀਕੁਐਂਸ ਦੀ, ਉਹੀ ਯੂਨੀਕ ਲਿਮਿਟ ਪੁਆਇੰਟ ਹੈ। ਬਾਉਂਡਡ ਸੀਕੁਐਂਸ ਦੇ ਵਿੱਚ ਯੂਨੀਕ ਲਿਮਿਟ ਪੁਆਇੰਟ ਹੋਵੇ ਤਾਂ ਕਨਵਰਜੈਂਟ ਜ਼ਰੂਰ ਹੋਊਗੀ, ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਅਤੇ ਨੋਨ ਕਨਵਰਜੈਂਟ ਦੇ ਵਿੱਚ 2 ਪੜ੍ਹੀਆਂ, ਆਸਕੀਲੇਟਰੀ ਅਤੇ ਡਾਇਵਰਜੈਂਟ। ਆਸਕੀਲੇਟਿੰਗ ਦੇ ਵਿੱਚ 2 ਪੜ੍ਹੀਆਂ, ਆਸਕੀਲੇਟਿੰਗ ਫਾਈਨਾਈਟਲੀ ਅਤੇ ਆਸਕੀਲੇਟਿੰਗ ਇਨਫਾਈਨਾਈਟਲੀ। ਡਾਇਵਰਜੈਂਟ ਦੇ ਵਿੱਚ ਵੀ 2 ਪੜ੍ਹੀਆਂ, ਡਾਇਵਰਜਿੰਗ ਟੂ ਪਲੱਸ ਇਨਫਿਨਿਟੀ ਐਂਡ ਡਾਇਵਰਜਿੰਗ ਟੂ ਮਾਈਨਸ ਇਨਫਿਨਿਟੀ। ਸੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਜਿਹੜਾ ਕੰਟੈਂਟ ਹੈ ਇਹ ਸਮਝ ਆਇਆ ਹੋਊਗਾ, ਪਸੰਦ ਆਇਆ ਹੋਊਗਾ। ਜੇਕਰ ਇਸ ਕੰਟੈਂਟ ਦੀ ਗੱਲ ਕਰੀਏ, ਇਸ ਟੌਪਿਕ ਦੀ ਗੱਲ ਕਰੀਏ, ਇਹ ਕੋਈ ਐਂਡਿੰਗ ਹੋਣ ਵਾਲਾ ਟੌਪਿਕ ਹੈ ਨਹੀਂ, ਛੇਤੀ ਐਂਡਿੰਗ ਹੋਣ ਵਾਲਾ ਟੌਪਿਕ ਨਹੀਂ ਹੈਗਾ। ਜੇ ਇਹਨੂੰ ਤਰੀਕੇ ਨਾਲ ਸਮਝਿਆ ਜਾਵੇ, ਤਰੀਕੇ ਨਾਲ ਸਮਝਾਇਆ ਜਾਵੇ ਤਾਂ ਘੱਟੋ ਘੱਟ ਹੋਰ 10 ਵੀਡੀਓਜ਼ ਇਕੱਲਾ ਕਨਵਰਜੈਂਸ, ਡਾਇਵਰਜੈਂਸ, ਮੋਨੋਟੋਨਿਕ ਸੀਕੁਐਂਸ, ਨੋਨ ਮੋਨੋਟੋਨਿਕ ਸੀਕੁਐਂਸ, ਇਹਨਾਂ ਗੱਲਾਂ ਦੀ ਬਣ ਜਾਣਗੀਆਂ। ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨਾ ਵੱਧ ਤੋਂ ਵੱਧ ਇਸ ਟੌਪਿਕ ਨੂੰ ਕਲੀਅਰ ਕੀਤਾ ਜਾ ਸਕੇ ਆਪਾਂ ਜ਼ਰੂਰ ਕਰਾਂਗੇ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਐਵਰੀਵਨ।